ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। ਕਬੀਰ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ। ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਤੀਰ। ਹੇ ਕਬੀਰ, ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ, ਜਿਸ ਨੂੰ ਗੁਰੂ ਉੱਚ ਭਵਨ ਕਨ ਕਾਮਨੀ ਹੈ, ਗੈ ਬਾਹਨ ਆਦਿਕ ਵੱਲ ਭਟਕਣੋਂ ਬਚਾ ਲੈਂਦਾ ਹੈ, ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ। ਹੇ ਕਬੀਰ, ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਦੇ। ਉਹ ਮਨੁੱਖ ਸਤਸੰਗ ਵਿੱਚ ਪਰਮਾਤਮਾ ਦਾ ਅਮੋਲਕ ਨਾਮ ਖਰੀਦਦਾ ਹੈ। ਕਬੀਰ ਹਰ ਹੀਰਾ ਜਨ ਜੌਹਰੀ ਲੈ ਕੇ ਮਾਂਡੇ ਹਾਟ। ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ। ਹੇ ਕਬੀਰ, ਪਰਮਾਤਮਾ ਦਾ ਨਾਮ ਮਾਨੋ ਹੀਰਾ ਹੈ। ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ। ਇਹ ਹੀਰਾ ਹਾਸਲ ਕਰਕੇ ਉਹ ਆਪਣੇ ਹਿਰਦੇ ਨੂੰ ਸੋਹਣਾ ਸਜਾਉਂਦਾ ਹੈ। ਜਦੋਂ ਨਾਮ ਹੀਰੇ ਦੀ ਕਦਰ ਜਾਣਨ ਵਾਲੇ ਇਹ ਸੇਵਕ ਸਤਸੰਗ ਵਿੱਚ ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਉਂਦੇ ਹਨ, ਭਾਵ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ। ਕਬੀਰ ਕਾਮ ਪਰੇ ਹਰਿ ਸਿਮਰਿਐ ਐਸਾ ਸਿਮਰੋ ਨਿਤ। ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ। ਹੇ ਕਬੀਰ, ਕੋਈ ਗਰਜ ਪੈਣ 'ਤੇ ਜਿਸ ਤਰ੍ਹਾਂ ਭਾਵ ਜਿਸ ਖਿੱਚ ਦੇ ਪਿਆਰ ਨਾਲ ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ ਤਾਂ ਉਸ ਥਾਂ 'ਤੇ ਟਿਕ ਜਾਓਗੇ ਜਿੱਥੇ ਅਮਰ ਹੋ ਜਾਈਦਾ ਹੈ, ਜਿੱਥੇ ਆਤਮਕ ਮੌਤ ਪੋ ਨਹੀਂ ਸਕਦੀ, ਅਤੇ ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿੱਛੇ ਦੌੜ ਦੌੜ ਕੇ ਗੁਆਚ ਚੁੱਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ ਸਿਮਰਨ ਕਰਨ ਵਾਲੇ ਦੇ ਹਿਰਦੇ ਵਿੱਚ ਪੈਦਾ ਕਰ ਦਿੰਦਾ ਹੈ। ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ। ਹੇ ਕਬੀਰ, ਇੱਕ ਸੰਤ ਅਤੇ ਇੱਕ ਪਰਮਾਤਮਾ, ਮੁਕਤੀ ਅਤੇ ਪ੍ਰਭੂ ਮਿਲਾਪ ਦੀ ਖਾਤਰ ਇਹਨਾਂ ਦੋਹਾਂ ਦੀ ਹੀ ਸੇਵਾ ਪੂਜਾ ਕਰਨੀ ਚਾਹੀਦੀ ਹੈ, ਕਿਉਂਕਿ ਮਾਇਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ ਅਤੇ ਸੰਤ ਗੁਰਮੁਖ ਉਸ ਪਰਮਾਤਮਾ ਦਾ ਨਾਮ ਸਿਮਰਨ ਵੱਲ ਪ੍ਰੇਰਦਾ ਹੈ। ਕਬੀਰ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਇੱਕ ਅਵਗਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ। ਹੇ ਕਬੀਰ, ਤੀਰਥ ਵਰਤ ਆਦਿਕ ਦੇ ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ, ਇਹ ਰਾਹ ਚੂੰਕਿ ਸੌਖਾ ਹੈ, ਬੜੇ ਲੋਕ ਉਹਨਾਂ ਦੇ ਪਿੱਛੇ ਪਿੱਛੇ ਲੱਗੇ ਹੋਏ ਹਨ, ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ ਮਾਨੋ ਇੱਕ ਔਖਾ ਪਹਾੜੀ ਰਸਤਾ ਹੈ। ਕਬੀਰ ਇਹਨਾਂ ਪੰਡਤਾਂ ਲੋਕਾਂ ਨੂੰ ਛੱਡ ਕੇ ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ। ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨ। ਤਬ ਕੁਲ ਕਿਸ ਕਾ ਲਾਜਸੀ ਜਬ ਲੈ ਧਰੈ ਮਸਾਨ। ਹੇ ਕਬੀਰ, ਮਨੁੱਖ ਆਮ ਤੌਰ 'ਤੇ ਕੁਲਾ ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖਿਆਲ ਨਾਲ ਕਿ ਦੁਨੀਆ ਕੀ ਕਾਖੇਗੀ। ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵੱਲ ਨਹੀਂ ਆਉਂਦਾ। ਇਸ ਤਰ੍ਹਾਂ ਆਤਮਕ ਮੌਤੇ ਮਰ ਜਾਂਦਾ ਹੈ। ਇਹ ਨਹੀਂ ਸੋਚਦਾ ਕਿ ਜਦੋਂ ਮੌਤ ਆ ਗਈ ਤਦੋਂ ਇਹ ਕੁਲਾ ਰੀਤ ਤਾਂ ਆਪੇ ਛੁੱਟ ਜਾਣੀ ਹੈ। ਸਿਮਰਨ ਭਗਤੀ ਤੋਂ ਵਾਂਝੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ। ਕਬੀਰ ਡੂਬੇ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ। ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਹੇ ਕਬੀਰ, ਲੋਕ ਲਾਜ ਵਿੱਚ ਫਸ ਕੇ ਭਗਤੀ ਤੋਂ ਵਾਂਝੇ ਰਹਿਣ ਵਾਲੇ ਬੰਦੇ ਨੂੰ ਆਖ, ਹੇ ਮੰਦਭਾਗੀ ਮਨੁੱਖ, ਬਹੁਤਾ ਲੋਕ ਲਾਜ ਵਿੱਚ ਹੀ ਰਿਹਾ, ਲੋਕ ਲਾਜ ਵਿੱਚ ਹੀ ਡੁੱਬ ਜਾਏਗਾ, ਆਤਮਕ ਮੌਤੇ ਮਰ ਜਾਏਗਾ, ਇੱਥੇ ਸਦਾ ਬੈਠ ਨਹੀਂ ਰਹਿਣਾ। ਜੋ ਮੌਤ ਕਿਸੇ ਗੁਆਂਢੀ 'ਤੇ ਆ ਰਹੀ ਹੈ, ਚੇਤਾ ਰੱਖ, ਉਹ ਤੇਰੇ ਉੱਤੇ ਵੀ ਆਉਣੀ ਹੈ। ਕਬੀਰ ਭਲੀ ਮਧੂ ਕਰੀ ਨਾਨਾ ਬਿਦ ਕੋ ਨਾਜ। ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਬੜ ਰਾਜ। ਹੇ ਕਬੀਰ, ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ, ਜਿਸ ਵਿੱਚ ਘਰ ਘਰ ਤੋਂ ਮੰਗਣ ਕਰਕੇ ਕੋਈ ਕਿਸਮਾਂ ਦਾ ਅੰਨ ਹੁੰਦਾ ਹੈ। ਮੰਗਤਾ ਕਿਸੇ ਜਾਇਦਾਦ ਉੱਤੇ ਮਲਕੀਅਤ ਦਾ ਹੱਕ ਨਹੀਂ ਬਣਦਾ। ਸਾਰਾ ਦੇਸ਼ ਉਸ ਦਾ ਆਪਣਾ ਦੇਸ਼ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ। ਕਬੀਰ ਦਾਵੇ ਦਾਜਣ ਹੋਤ ਹੈ ਨਿਰਦਾਵੇ ਰਹੇ ਨਿਸੰਕ। ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋ ਰੰਕ। ਹੇ ਕਬੀਰ,
ਮਲਕੀਅਤਾਂ ਬਣਾਇਆ ਮਨੁੱਖ ਦੇ ਅੰਦਰ ਖਿਝ ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਉਂਦਾ, ਉਸ ਨੂੰ ਕੋਈ ਚਿੰਤਾ ਫਿਕਰ ਨਹੀਂ ਰਹਿੰਦਾ। ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਉਂਦਾ, ਉਹ ਇੰਦਰ ਦੇਵਤੇ ਵਰਗਿਆਂ ਨੂੰ ਵੀ ਕੰਗਾਲ ਸਮਝਦਾ ਹੈ। ਭਾਵ ਉਹ ਕਿਸੇ ਧਨਾੜ ਆਦਿਕ ਦੀ ਖੁਸ਼ਾਮਦ ਨਹੀਂ ਕਰਦਾ ਫਿਰਦਾ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਬੜੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਹੇ ਕਬੀਰ, ਸਰੋਵਰ ਕੰਢਿਆਂ ਤੱਕ ਨਕਾ ਨਕ ਭਰਿਆ ਹੋਇਆ ਹੈ ਪਾਣੀ ਨਾਲ, ਪਰ ਦਾਵੇ ਦਾਜਣ ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿਸਦਾ ਹੀ ਨਹੀਂ। ਇਸ ਵਾਸਤੇ ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ। ਹੇ ਕਬੀਰ, ਤੂੰ ਇਸ ਦਾਜਣ ਤੋਂ ਬਚ ਗਿਆ। ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿਸ ਪਿਆ ਹੈ। ਤੂੰ ਹੁਣ ਪਿਆਲੇ ਭਰ ਭਰ ਕੇ ਪੀ, ਮੌਜਾਂ ਨਾਲ ਸਵਾਸ ਸਵਾਸ ਨਾਮ ਜਪ। ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉ ਇਹ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹਿਓ ਕਬੀਰ। ਹੇ ਕਬੀਰ, ਜਿਵੇਂ ਸੂਰਜ ਦੇ ਤੇਜ ਪ੍ਰਤਾਪ ਕਰਕੇ ਪ੍ਰਭਾਤ ਵੇਲੇ ਤਾਰੇ ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿੱਚ ਚਮਕ ਰਹੇ ਹੁੰਦੇ ਹਨ, ਮੱਧਮ ਪੈਂਦੇ ਜਾਂਦੇ ਹਨ, ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦਰੀਆਂ ਵਿੱਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ। ਸਿਰਫ ਇੱਕ ਪ੍ਰਭੂ ਨਾਮ ਹੀ ਹੈ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ ਉਸ ਨਾਮ ਨੂੰ ਸਾਂਭੀ ਬੈਠਾ ਹੈ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਪੰਡਿਤ ਪੰਡਿਤ ਜਲ ਮੁਏ, ਮੂਰਖ ਉਭਰੇ ਭਾਗ। ਹੇ ਕਬੀਰ, ਇਹ ਜਗਤ ਮਾਨੋ ਲੱਕੜ ਦਾ ਮਕਾਨ ਹੈ, ਜਿਸ ਨੂੰ ਹਰ ਪਾਸੇ ਵੱਲੋਂ ਮੱਲਾ ਮੱਲਣ ਦੀ ਅੱਗ ਲੱਗੀ ਹੋਈ ਹੈ। ਜੋ ਮਨੁੱਖ ਆਪਣੇ ਵੱਲੋਂ ਸਿਆਣੇ ਬਣ ਕੇ ਇਸ ਅੱਗ ਦੇ ਵਿੱਚ ਹੀ ਬੈਠੇ ਰਹਿੰਦੇ ਹਨ, ਉਹ ਸੜ ਮਰਦੇ ਹਨ। ਜੋ ਇਹਨਾਂ ਸਿਆਣਿਆਂ ਦੇ ਭਾਣੇ ਮੂਰਖ ਹਨ, ਉਹ ਇਸ ਅੱਗ ਤੋਂ ਦੂਰ ਪਰੇ ਭੱਜ ਕੇ ਸੜਨੋਂ ਬਚ ਜਾਂਦੇ ਹਨ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। 52 ਅੱਖਰ ਸੋਧ ਕੈ, ਹਰ ਚਰਣੀ ਚਿਤ ਲਾਏ। ਹੇ ਕਬੀਰ, ਇਸ ਪ੍ਰਭੂ ਯਾਦ ਦੀ ਬਰਕਤ ਨਾਲ ਦੁਨੀਆ ਵਾਲੇ ਸਹਿਸੇ ਦਾਜਣ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪ੍ਰਵਾਹ ਵਿੱਚ ਰੋੜ ਦੇ। ਵਿਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ ਚਰਨਾਂ ਵਿੱਚ ਚਿੱਤ ਜੋੜ। ਭਾਵ ਜੇ ਤੈਨੂੰ ਵਿਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ, ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿੱਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ। ਕਬੀਰ ਸੰਤ ਨ ਛਾਡੇ ਸੰਤਈ, ਜੋ ਕੋ ਟਿਕ ਮਿਲੈ ਅਸੰਤ। ਮਲਿਆਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਹੇ ਕਬੀਰ, ਹਰ ਚਰਨਾਂ ਵਿੱਚ ਚਿੱਤ ਲਾਣ ਦੀ ਹੀ ਇਹ ਬਰਕਤ ਹੈ ਕਿ ਸੰਤ ਆਪਣਾ ਸ਼ਾਂਤ ਸੁਭਾਅ ਨਹੀਂ ਛੱਡਦਾ, ਭਾਵੇਂ ਉਸਨੂੰ ਕਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ। ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਡਕ ਨਹੀਂ ਤਿਆਗਦਾ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੈ ਉਦਕ ਸਮਾਨ। ਹੇ ਕਬੀਰ, ਜਦੋਂ ਮਨੁੱਖ ਪਰਮਾਤਮਾ ਨਾਲ ਸਿਮਰਨ ਦੀ ਰਾਹੀਂ ਜਾਣ ਪਛਾਣ ਬਣਾ ਲੈਂਦਾ ਹੈ, ਤਾਂ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਉਸ ਦਾ ਮਨ ਠੰਡਾ ਠਾਰ ਰਹਿੰਦਾ ਹੈ। ਜਿਸ ਮਾਇਆ ਦੀ ਮਲਕੀਅਤ ਦੀ ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ ਵਰਗੀ ਠੰਡੀ ਰਹਿੰਦੀ ਹੈ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੇ ਨਾਹੀ ਕੋਏ। ਕਹਿ ਜਾਣੇ ਆਪਨ ਧਨੀ, ਕਹਿ ਦਾਸ ਦੀਵਾਨੀ ਹੋਏ। ਹੇ ਕਬੀਰ, ਇਹ ਗੱਲ ਹਰੇਕ ਸ਼ਖਸ ਨਹੀਂ ਜਾਣਦਾ ਕਿ ਇਹ ਮਾਇਆ ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ, ਪਰਮਾਤਮਾ ਨੇ ਆਪ ਬਣਾਈ ਹੈ। ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ, ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿੱਚ ਜੁੜਿਆ ਰਹੇ। ਸੋ ਹਜ਼ੂਰੀ ਵਿੱਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਉਣ ਵਾਲੇ ਦੇ ਚਰਨਾਂ ਵਿੱਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ। ਕਬੀਰ ਭਲੀ ਭਈ ਜੋ ਭਉ ਪਰਿਆ, ਦਿਸਾ ਗਈ ਸਭ ਭੂਲ। ਓਰਾ ਘਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਹੇ ਕਬੀਰ, ਜਦੋਂ ਮਨੁੱਖ ਦੇ ਅੰਦਰ ਇਹ ਡਰ ਪੈਦਾ ਹੁੰਦਾ ਹੈ ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ, ਤਾਂ ਇਸ ਦੇ ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ। ਇਸ ਨੂੰ ਪਰਮਾਤਮਾ ਦੀ ਓਟ ਤੋਂ ਬਿਨਾਂ ਹੋਰ ਸਾਰੇ ਪਾਸੇ ਭੁੱਲ ਜਾਂਦੇ ਹਨ। ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ
ਮਾਨੋ ਸੇਕ ਦਾ ਕੰਮ ਦਿੰਦਾ ਹੈ। ਜਿਵੇਂ ਸੇਕ ਲੱਗਣ ਨਾਲ ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ ਤੇ ਢਲ ਕੇ ਨਦੀ ਵਿੱਚ ਜਾ ਰਲਦਾ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਹੇ ਕਬੀਰ, ਜਿਵੇਂ ਮਿੱਟੀ ਇਕੱਠੀ ਕਰਕੇ ਇੱਕ ਨਗਰੀ ਵਸਾਈ ਜਾਂਦੀ ਹੈ, ਤਿਵੇਂ 5 ਤੱਤ ਇਕੱਠੇ ਕਰਕੇ ਪਰਮਾਤਮਾ ਨੇ ਇਹ ਸਰੀਰ ਰਚਿਆ ਹੈ। ਵੇਖਣ ਨੂੰ 4 ਦਿਨ ਸੋਹਣਾ ਲੱਗਦਾ ਹੈ, ਪਰ ਆਖਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿੱਚ ਹੀ ਰਲ ਜਾਂਦਾ ਹੈ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ, ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ। ਹੇ ਕਬੀਰ, 5 ਤੱਤਾਂ ਤੋਂ ਇਹ ਸਰੀਰ ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿੱਚ ਸੂਰਜ ਅਤੇ ਚੰਦਰਮਾ ਦਾ ਉਦੈ ਹੋਵੇ, ਭਾਵ ਨਰਮ ਦਿਲੀ ਅਤੇ ਸੀਤਲਤਾ ਪੈਦਾ ਹੋਣ। ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿੱਚ ਜੁੜੀਏ। ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾਂ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੋ ਜਾਂਦਾ ਹੈ, ਭਾਵ ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ। ਜਹ ਅਨ ਭਉ ਤਹ ਭੈ ਨਹੀਂ, ਜਹ ਭਉ ਤਹ ਹਰਿ ਨਾਹੀਂ। ਕਹਿਓ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੇ। ਜਿਸ ਹਿਰਦੇ ਵਿੱਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉੱਥੇ ਦਾਝਣ, ਸੰਸਾ, ਕਠੋਰਤਾ ਆਦਿਕ ਕੋਈ ਖਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿੱਚ ਅਜੇ ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿਝ, ਸਹਿਮ, ਬੇਰਹਿਮੀ ਆਦਿਕ ਕੋਈ ਡਰ ਮੌਜੂਦ ਹੈ, ਉੱਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ। ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ। ਹੇ ਸੰਤ ਜਨੋ, ਧਿਆਨ ਲਾ ਕੇ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।